ਸਹਾਈ ਜੀਵਾਂ ਦੇ ਸੰਤ ਸਹਾਈ ਜੀਵਾਂ ਦੇ ਸਹਾਈ ਜੀਵਾਂ ਦੇ ਸਹਾਈ ਜੀਵਾਂ ਦੇ ਭਵ ਜਲ ਤਾਰਨ ਹਾਰੇ ਸੰਤ ਸਹਾਈ ਜੀਵਾਂ ਦੇ ਭਵ ਜਲ ਤਾਰਨ ਹਾਰ ਸੰਤ ਸਹਾਈ ਜੀਵਾਂ ਦੇ ਓ ਭਵ ਜਲ ਤਾਰਨ ਹਾਰ ਸੰਤ ਸਹਾਈ ਜੀਵਾਂ ਦੇ ਜਲ ਤਾਰਨ ਹਾਰ ਸੰਤ ਸਹਾਈ ਜੀਵਾਂ ਦੇ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਦੇ ਉਤੇ ਜਾਣਿਐ ਨਾਮ ਪਿਆਰ ਸਾਧ ਗਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਤਨ ਦੇ ਦੇਈ ਨਾਨਕਾ ਤਨ ਦੇ ਦੇਈ ਨਾਨਕਾ ਪੂਰਨ ਕੋਈ ਜਿਨਾ ਸਾਧ ਗਰਾਸ ਨ ਵਿਸਰੈ ਜੇ ਕਰਤਾਰ ਨੇ ਆਪਣੀ ਆਉਂਦੇ ਸਾਧੂ ਜੇ ਕਰਤਾਰ ਨੇ ਆਪਣੀ ਆਉਂਦੇ ਸਾਧੂ ਭੇਜੇ ਕਰਤਾਰ ਨੇ ਆਪਣੀ ਆਉਂਦੇ ਸਾਧੂ ਭੇਜੇ ਕਰਤਾਰ ਨੇ ਆਪਣੀ ਆਉਂਦੇ ਸਾਧੂ ਹਾਂ ਭੇਜੇ ਕਰਤਾਰ ਨੇ ਆਪਣੀ ਆਉਂਦੇ ਸਾਧੂ ਭੇਜੇ ਕਰਤਾਰ ਨੇ ਆਪਣੀ ਆਉਂਦੇ ਸਾਧੂ ਉਹ ਆਪਣੀ ਆਉਂਦੇ ਸਾਧੂ ਆਪਣੀ ਆਉਂਦੇ ਸਾਧੂ ਉਹ ਆਪਣੀ ਆਉਂਦੇ ਸਾਧੂ ਆਪਣੀ ਆਉਂਦੇ ਸਾਧੂ ਆਪਣੀ ਆਉਂਦੇ ਸਾਧੂ ਆਪਣੀ ਆਉਂਦੇ ਸਾਧੂ ਵੇਜੇ ਕਰਤਾਰ ਨੇ ਆਪਣੀ ਆਉਂਦੇ ਵੇਜੇ ਕਰਤਾਰ ਨੇ ਆਪਣੀ ਆਉਂਦੇ ਸਾਧੂ ਜੇ ਕਰਤਾਰ ਨੇ ਆਪਣੀ ਆਉਂਦੇ ਸਾਧੂ ਭੇਜੇ ਕਰਤਾਰ ਨੇ ਆਪਣੀ ਆਉਂਦੇ ਸਾਧੂ ਵੇਜੇ ਕਰਤਾਰ ਨੇ ਆਪਣੀ ਆਉਂਦੇ ਸਾਧੂ ਭੇਜੇ ਕਰਤਾਰ ਨੇ ਆਪਣੀ ਆਉਂਦੇ ਸਾਧੂ ਆਪ ਵਡਾਏ ਨਾਮ ਹਮ ਤੁਮ ਤੇ ਨਾਹੀ ਦੂਰ ਨਾਨਕ ਪਰਮ ਪੈ ਵਿਦ ਗਏ ਰਾਵਣ ਰਾਮ ਭਰਪੂਰ ਸਾਧੂ ਬਣਾਏ ਆਪ ਕਰ ਆਓ ਇਤਨਾ ਕੁ ਸਮਾਂ ਪ੍ਰਵਾਨ ਕਰਿਓ ਭੁੱਲ ਚੁੱਕ ਦੀ ਕਿਮਾ ਕਿਉਂਕਿ ਮਹਾਂਪੁਰਖਾਂ ਵੱਲੋਂ ਹੁਕਮ ਹੋਇਆ ਸੀ ਅੰਮ੍ਰਿਤ ਵੇਲੇ ਦਾ ਆਸਾ ਦੀ ਵਾਰ ਦੀ ਹਾਜ਼ਰੀ ਭਰੀ ਹੈ 5-7 ਮਿੰਟ ਹੁਣ ਹਾਜ਼ਰੀ ਪ੍ਰਵਾਨ ਕਰਿਓ ਕਿਉਂਕਿ ਗਾਹਾਂ ਦਾਸ ਨੇ ਨਗਰ ਭਲਵਾਨ ਵਿਖੇ ਸਮਾਗਮ ਤੇ ਹਾਜ਼ਰੀ ਭਰਨੀ ਹੈ
ਐਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਆਪਣੇ ਚਰਨਾਂ ਨਾਲ ਨਿਭਾ ਕੇ ਰੱਖਣ, ਨਿਭਾਈ ਜਾਣ। ਜੇ ਗੁਰੂ ਨਾਲ ਨਿਭ ਗਈ ਤਾਂ ਮਹਾਂਪੁਰਖ ਨਾਲ ਨਿਭ ਗਈ। ਕਬੀਰ ਸੰਤ ਰਾਮ ਮਹਿ ਭੇਦ ਕਸ ਨਾਹੀ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਮ ਬਵੇਕੋ। ਆਓ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਬੜੇ ਗਿਆਨੀ ਪੁਰਸ਼ ਬੈਠੇ ਨੇ, ਗਿਆਨੀ ਰਜਿੰਦਰਪਾਲ ਸਿੰਘ ਜੀ, ਹੋਰ ਵਿਦਵਾਨ ਢਾਡੀ ਰਾਗੀ ਕਵੀਸ਼ਰ ਸਿੰਘ ਬੜੇ ਬੈਠੇ ਨੇ, ਜਿਨ੍ਹਾਂ ਨੇ ਹਾਜ਼ਰੀਆਂ ਭਰਨੀਆਂ ਨੇ। ਸਭ ਤੋਂ ਗੁਰਮੁਖੋ ਲਾਹਾ ਲਓ, ਸਭ ਤੋਂ ਹਰੀ ਰਸ ਕੀਰਤਨ ਸ਼ਰਵਣ ਕਰਕੇ ਆਪਣਾ ਜੀਵਨ ਸਫਲ ਕਰੋ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਫੱਕਰ ਜੀਆਂ ਦਾ। ਬੇਨਤੀ ਹੈ ਕਿ ਗੁਰੂ ਘਰ ਦੀ ਸ਼ਰਧਾ ਸਤਿਕਾਰ ਸਰੋਪੇ ਦੀ ਬਖਸ਼ਿਸ਼ ਸਾਡੇ ਸਤਿਕਾਰਯੋਗ ਬਾਬਾ ਰਾਮਦਾਸ ਜੀ ਫਾਟਕ ਵਾਲਿਆਂ ਤੋਂ ਲੈਣ ਦੀ ਕਿਰਪਾਲਤਾ ਕਰਨ ਜੀ। ਬੋਲੇ ਸੋ ਨਿਹਾਲ। ਤੇ ਬੇਨਤੀ ਹੈ ਬਾਬਾ ਰਾਮਦਾਸ ਜੀਆਂ ਨੂੰ ਵੀ, ਉਹ ਵੀ ਗੁਰੂ ਘਰ ਦੀ ਸ਼ਰਧਾ ਸਤਿਕਾਰ ਆਪਣਾ ਲੈਣ ਦੀ ਆ ਕੇ ਕਿਰਪਾਲਤਾ ਕਰਨ ਜੀ। ਠੀਕ ਹੈ। ਤੇ ਹੁਣ ਇੱਕ ਸ਼ਬਦ ਦੀ ਹਾਜ਼ਰੀ ਜੋ ਗੁਰੂ ਘਰ ਦੀ ਜਥਾ ਬੀਬੀਆਂ ਦਾ ਹੈ, ਉਹਨਾਂ ਦੇ ਵੱਲੋਂ ਇੱਕ ਸ਼ਬਦ ਦੀ ਹਾਜ਼ਰੀ ਭਰੀ ਜਾਏਗੀ। ਉਸ ਤੋਂ ਉਪਰੰਤ ਸਾਡੇ ਸਤਿਕਾਰਯੋਗ ਕਥਾਵਾਚਕ ਰਜਿੰਦਰਪਾਲ ਸਿੰਘ ਜੀ ਨਾਭਾ ਤੋਂ ਆਏ ਨੇ। 10 ਮਿੰਟ ਸੰਗਤਾਂ ਨੂੰ ਉਹ ਕਥਾ ਸੁਣਾ ਕੇ ਨਿਹਾਲ ਕਰਨਗੇ। ਤੇ ਬੇਨਤੀ ਹੈ ਕਿ ਸਮੇਂ 'ਚ ਰਹਿ ਕੇ ਆਪਣੀ ਜੋ ਵੀ ਵਿਚਾਰ ਨੇ ਉਹ ਸੁਣਾਉਣ ਦੀ ਕਿਰਪਾਲਤਾ ਕਰਨੀ, ਕਿਉਂਕਿ ਸਮਾਂ ਬਹੁਤ ਘੱਟ ਹੈ। ਮਹਾਂਪੁਰਸ਼ਾਂ ਦਾ ਪਿਆਰ ਹੀ ਇੰਨਾ ਹੈ ਕਿ ਇੱਕ ਤੋਂ ਇੱਕ 41 ਦਿਨਾਂ ਦੇ ਵਿੱਚੋਂ ਸਾਧ ਸੰਗਤ ਜੀ 41 ਦਿਨ ਖਤਮ ਹੋ ਗਏ, ਪਰ ਗੁਰੂ ਮਹਾਰਾਜ ਦੀ ਕਿਰਪਾ ਦੀ ਸਦਕਾ ਸੰਤ ਮਹਾਂਪੁਰਸ਼ਾਂ ਦਾ ਜਿਹੜਾ ਪਿਆਰ ਹੈ ਉਹ ਖਤਮ ਹੋਣ ਤੇ ਨਹੀਂ ਆ ਰਿਹਾ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਸਮੇਂ 'ਚ ਰਹਿ ਕੇ ਗੁਰੂ ਮਹਾਰਾਜ ਜੀਆਂ ਨੂੰ, ਮਹਾਂਪੁਰਸ਼ਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਇੱਕ ਸ਼ਬਦ ਦੀ ਹਾਜ਼ਰੀ ਆਪਾਂ ਸਮੂਹ ਜਥੇ ਦੇ ਕੋਲੋਂ ਸਰਵਣ ਕਰੀਏ। ਉਸ ਤੋਂ ਉਪਰੰਤ ਕਥਾਵਾਚਕ ਰਜਿੰਦਰਪਾਲ ਸਿੰਘ ਜੀ ਨਾਭਾ ਸੰਗਤਾਂ ਨੂੰ ਕਥਾ ਦੇ ਨਾਲ ਨਿਹਾਲ ਕਰਨਗੇ। ਉਸ ਤੋਂ ਉਪਰੰਤ ਸ਼੍ਰੀਮਾਨ ਸੰਤ ਬਾਬਾ ਮਨਜੀਤ ਸਿੰਘ ਜੀ ਚੂਹੜਪੁਰਾ ਵਾਲੇ, ਉਹ ਵੀ ਆ ਕੇ ਸੰਗਤਾਂ ਨੂੰ ਸਾਧ ਸੰਗਤ ਜੀ ਕੀਰਤਨ ਦੇ ਨਾਲ ਨਿਹਾਲ ਕਰਨਗੇ। ਆਓ ਸਾਰੇ ਸਾਧ ਸੰਗਤ ਜੀ ਆਪਾਂ ਸ਼ਬਦ ਦੇ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हेलो लख दरिया
ਲੱਖ ਲੱਖ ਲਹਿਰ ਤਰੰਗ ਉਠੰਦੇ, ਲੱਖ ਦਰਿਆ ਪਵਾਂ ਵਿੱਚ, ਲੱਖ ਲੱਖ ਲਹਿਰ ਤਰੰਗ ਉਠੰਦੇ, ਲੱਖ ਲੱਖ ਲਹਿਰ ਤਰੰਗ ਉਠੰਦੇ, ਵੀਰਲੇ ਬੰਦੇ, ਵੀਰਲੇ ਬੰਦੇ करन बंदगी, करन बंदगी, करन बंदगी, करन बंदगी, वीरले बंदे, वीरले बंदे। ਇੱਕ ਲਹਿਰ ਤਰੰਗ ਵਿੱਚ, ਲੱਖ ਲੱਖ ਦਰਿਆ ਵਹੰਦੇ, ਇੱਕ ਲਹਿਰ ਤਰੰਗ ਵਿੱਚ, ਲੱਖ ਲੱਖ ਦਰਿਆ ਵਹੰਦੇ, ਲੱਖ ਲੱਖ ਦਰਿਆ ਵਹੰਦੇ, ਵੀਰਲੇ ਬੰਦੇ, ਵੀਰਲੇ ਬੰਦੇ ਕਰਨ ਬੰਦਗੀ, ਕਰਨ ਬੰਦਗੀ, ਕਰਨ ਬੰਦਗੀ, ਕਰਨ ਬੰਦਗੀ, ਵੀਰਲੇ ਬੰਦੇ, ਵੀਰਲੇ ਬੰਦੇ, ਵੀਰਲੇ ਬੰਦੇ, ਵੀਰਲੇ ਬੰਦੇ। ਇਕਸ ਦਰਿਆ ਵਿੱਚ, ਲੱਖ ਅਵਤਾਰ ਆਕਾਰ ਫਰੰਦੇ, ਵਿੱਚ ਲੱਖ ਅਵਤਾਰ ਆਕਾਰ ਫਰੰਦੇ, ਇਕਸ ਦਰਿਆ ਵਿੱਚ, ਲੱਖ ਅਵਤਾਰ ਆਕਾਰ ਫਰੰਦੇ, ਲੱਖ ਅਵਤਾਰ ਆਕਾਰ ਫਰੰਦੇ, ਵੀਰਲੇ ਬੰਦੇ, ਵੀਰਲੇ ਬੰਦੇ ਕਰਨ ਬੰਦਗੀ, ਕਰਨ ਬੰਦਗੀ, ਕਰਨ ਬੰਦਗੀ, ਕਰਨ ਬੰਦਗੀ, ਵੀਰਲੇ ਬੰਦੇ, ਵੀਰਲੇ ਬੰਦੇ। ਮਾਛ ਕਾਚ ਮਰ ਜੀਵੜੇ, ਅਗਮ ਅਥਾਨਾ ਥਾਲ ਹੰਦੇ, ਮਾਛ ਕਾਚ ਮਰ ਜੀਵੜੇ, ਅਗਮ ਅਥਾਨਾ ਥਾਲ ਹੰਦੇ, ਅਗਮ ਅਥਾਨਾ ਥਾਲ ਹੰਦੇ, ਵੀਰਲੇ ਬੰਦੇ, ਵੀਰਲੇ ਬੰਦੇ ਕਰਨ ਬੰਦਗੀ, ਕਰਨ ਬੰਦਗੀ, ਕਰਨ ਬੰਦਗੀ, ਕਰਨ ਬੰਦਗੀ, ਵੀਰਲੇ ਬੰਦੇ, ਵੀਰਲੇ ਬੰਦੇ
करन बंदगी करन बंदगी विरले बंदे विरले बंदे। अजरावर सतगुर पुरख गुरमत गुर सिख अजर जरंदे। अजरावर सतगुर पुरख गुरमत गुर सिख अजर जरंदे। गुरमत गुर सिख अजर जरंदे विरले बंदे विरले बंदे। करन बंदगी करन बंदगी करन बंदगी करन बंदगी विरले बंदे विरले बंदे विरले बंदे विरले बंदे। वाहिगुरु वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਸੀ ਹਜ਼ੂਰੀ ਜਥਾ ਬੀਬੀਆਂ ਦਾ ਜਿਨ੍ਹਾਂ ਨੇ ਇੱਕ ਸ਼ਬਦ ਦੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਗੁਰਿਆਦ ਨਾਲ ਸਰਵਣ ਕਰਵਾਇਆ। ਸੋ ਬੇਨਤੀ ਹੈ ਕਿ ਸਾਹਮਣੇ ਆਪਣੇ ਸ਼ਹੀਦ ਊਧਮ ਸਿੰਘ ਕਲੱਬ ਵੱਲੋਂ ਭਾਈ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ। ਉਹ ਟੀਮ ਪਹੁੰਚਣ ਵਾਲੀ ਹੈ। ਜਿਹੜੇ ਸਤਿਕਾਰਯੋਗ ਵੀਰਾਂ ਨੇ ਭਾਈ ਖੂਨ ਘਟਾਉਣਾ ਹੋਵੇ ਉਹ ਵੀ ਸਾਧ ਸੰਗਤ ਜੀ ਉਸ ਕਲੱਬ ਦੇ ਵਿੱਚ ਜਾ ਕੇ ਮੈਂਬਰਾਂ ਨੂੰ ਮਿਲ ਸਕਦੇ ਨੇ। ਸਾਹਮਣੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਡਿਊਟੀ ਦੇ ਕੋਲੇ ਹੁਣ ਸਿਰਫ 10 ਮਿੰਟ ਵਾਸਤੇ ਸਾਡੇ ਕਥਾਵਾਚਕ ਸਤਿਕਾਰਯੋਗ ਗਿਆਨੀ ਰਜਿੰਦਰਪਾਲ ਸਿੰਘ ਜੀ ਨਾਭਾ 10 ਮਿੰਟ ਵਾਸਤੇ ਸੰਗਤਾਂ ਨੂੰ ਆਪਣੀ ਕਥਾ ਸੁਣਾ ਕੇ ਨਿਹਾਲ ਕਰਨਗੇ। ਉਹਨਾਂ ਤੋਂ ਉਪਰੰਤ ਸ਼੍ਰੀਮਾਨ ਸੰਤ ਬਾਬਾ ਮਨਜੀਤ ਸਿੰਘ ਜੀ ਚੂਹੜਪੁਰ ਵਾਲੇ ਉਹ ਸੰਗਤਾਂ ਨੂੰ ਹਾਜ਼ਰੀ ਭਰਨਗੇ। ਸੋ ਬੇਨਤੀ ਆ ਉਹ ਵੀ ਸਟੇਜ ਦੇ ਕੋਲ ਤਿਆਰ ਰਹਿਣ। ਉਸ ਤੋਂ ਉਪਰੰਤ ਜੋ ਢਾਡੀ ਕਵਿਸ਼ਰੀ ਜਥੇ ਪਹੁੰਚੇ ਨੇ ਉਹਨਾਂ ਨੂੰ ਵੀ ਸਮਾਂ ਦੇ ਨਾਲ ਨਿਵਾਜਿਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਸ ਕਰਮ ਨ ਜਾਣਾ ਨਾਹਿ ਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਵੇਖਮ ਨਦੀ ਜੈ ਤਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਟਲ ਗੁਰ ਸ਼ਬਦ ਅਵਤਾਰ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਆਪ ਸਮੂਹ ਸੰਗਤਾਂ ਦੂਰੋਂ ਨੇੜਿਓਂ ਇਸ ਪਾਵਨ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਜਿੱਥੇ ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਬਾਬਾ ਬੰਦ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਆਪ ਜੀ ਨੇ ਕਰੀਬ 113 ਸ੍ਰੀ ਅਖੰਡ ਪਾਠ ਸਾਹਿਬ ਜੋ ਲਗਾਤਾਰ ਸਵਾ ਮਹੀਨੇ ਦੇ ਕਰੀਬ ਆਪ ਸਾਰੀਆਂ ਸੰਗਤਾਂ ਨੇ ਲਾਹੇ ਪ੍ਰਾਪਤ ਕੀਤੇ ਨੇ ਜੀ। ਸੋ ਬੜੀ ਵੱਡੀ ਕਿਰਪਾ ਹੋਈ ਹੈ। ਆਪ ਸਾਰੇ ਵਡਭਾਗੇ ਹੋ ਸਤਸੰਗੀ ਜਿੰਨੇ ਵੀ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਜਾਪ ਪਾਠ ਦਾ ਇਹ ਸੁਭਾਗ ਪ੍ਰਾਪਤ ਹੋਇਆ ਹੈ। ਆਪ ਜੀ ਬੱਚਿਆਂ ਪਾਸੋਂ ਕੀਰਤਨ ਸਰਵਣ ਕਰ ਰਹੇ ਸੀ। ਵਾਹਿਗੁਰੂ ਜੀ ਪਾਸੋਂ ਇਹ ਮੰਗ ਮੰਗਣੀ ਬੰਦੇ ਸੇ
ਜੇ ਪਵੇ ਵਿੱਚ ਬੰਦੀ। ਬੰਦਗੀ ਭਾਵੇਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਮੌਰ ਗੁਰਮਤਿ ਅਨੁਸਾਰ ਸਭ ਤੋਂ ਸਿਖਰ ਦਾ ਸਿਧਾਂਤ ਹੈ। ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਬੈਠੇ ਹੋ, ਆਪ ਜੀ ਤਨ ਮਨ ਧਨ ਕਰਕੇ ਜਥਾ ਸ਼ਕਤ ਸੇਵਾਵਾਂ ਨਿਭਾ ਰਹੇ ਹੋ। ਮੌਜੂਦਾ ਇਸ ਸਥਾਨ ਦੇ ਮਹਾਂਪੁਰਖ ਸੰਤ ਬਾਬਾ ਬਲਜੀਤ ਸਿੰਘ ਜੀ ਇਸ ਖੇੜੀ ਗੌੜੀਆਂ ਦੇ ਪਾਵਨ ਪਵਿੱਤਰ ਸਥਾਨ ਦੇ ਕਿਰਪਾਲਸਰ ਸਾਹਿਬ ਦੀ ਧਰਤੀ ਤੇ ਗੁਰਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਥਾਹ ਨਿਰੰਤਰ ਲਗਾਤਾਰ ਬਾਣੀ ਦੇ ਪ੍ਰਵਾਹ ਚੱਲਦੇ ਨੇ। ਸੋ ਤੁਰਕੀ ਰੱਬੀ ਦਰਗਾਹੀ ਲਾਹੀ ਪਾਵਨ ਬਾਣੀ ਦਾ ਲਾਹਾ। ਗੁਰਮਤਿ ਵਿੱਚ ਗੁਰਬਾਣੀ ਸਭ ਤੋਂ ਸਰਮੌਰ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਟਲ ਹਨ। ਇੱਕ ਗੱਲ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਬੈਠਦੇ ਹਾਂ, ਗੁਰਬਾਕ ਗੁਰਬਾਣੀ ਦੇ ਐਸੇ ਪਾਵਨ ਮਨੋਹਰ ਬੋਲ ਆਉਂਦੇ ਹਨ ਕਿ ਸਾਨੂੰ ਸਭ ਨੂੰ, ਜਿਨ੍ਹਾਂ ਮਹਾਂਪੁਰਖਾਂ ਨੇ ਪਰਉਪਕਾਰ ਕੀਤੇ ਸਮੁੱਚੀ ਮਾਨਵਤਾ ਦੀ ਭਲਾਈ ਲਈ, ਆਪ ਖੁਦ ਨਾਮ ਜਪਿਆ, ਜਪ ਰਹੇ ਹਨ, ਜਪਾਉਂਦੇ ਰਹਿੰਦੇ ਹਨ। ਉਹਨਾਂ ਦੇ ਪਰਥਾਏ ਮਹਾਰਾਜ ਜੀ ਕੋ ਜੈਸੇ ਪਾਵਨ ਪਵਿੱਤਰ ਬੋਲ ਫਰਮਾਨ ਤਾਂ ਸਮੁੱਚੇ ਸੰਸਾਰ ਦੇ ਹਿੱਤ ਲਈ ਆਖਦੇ ਆ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਭਿਖੇ ਆਖੀ। ਭਿਖੇ ਮਾਨੇ ਹੁੰਦਾ ਜੀ ਤੁਹਾਡਾ ਆਮ ਸਧਾਰਨ ਸ਼ਬਦ ਹੈ ਅਨੁਭਵ। ਮਤਲਬ ਜੋ ਨਾਮ ਜਪ ਕੇ, ਬਾਣੀ ਪੜ੍ਹ ਕੇ, ਸੇਵਾ ਕਰਕੇ, ਸਿਮਰਨ ਕਰਵਾ ਕੇ, ਜਗਤ ਨੂੰ ਸੱਚ ਦੇ ਮਾਰਗ ਤੇ ਤੋਰ ਕੇ ਜੋ ਉਹਨਾਂ ਦਾ ਨਿੱਜੀ ਅਨੁਭਵ ਹੈ, ਉਹ ਹੈ ਭਿਖੇ ਅਨੁਭਵ। ਅਨੁਭਵ ਹੀ ਉਹਨਾਂ ਦਾ ਜੀਵਨ ਹੈ। ਇਸ ਲਈ ਸਤਿਗੁਰੂ ਕਹਿੰਦੇ ਰੱਬ ਦੇ ਪਿਆਰੇ ਗੋਬਿੰਦ ਲੋਕ ਨਾਮ ਤੇ ਰਸੀਏ, ਅੱਗੇ ਤੇ ਅੱਗੇ ਕਿਸੇ ਦੀ ਸੁਣੀ ਸੁਣਾਈ ਗੱਲ ਜਗਤ ਵਿੱਚ ਨਹੀਂ ਪੇਸ਼ ਕਰਦੇ। ਕਿਸੇ ਹੋਰ ਮਤਾਂ ਮਤਾਂਤਰਾਂ ਦੀਆਂ ਵਿਚਾਰਾਂ ਨੂੰ ਆਪ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਦੇ। ਉਹਨਾਂ ਦਾ ਜੀਵਨ ਨਾਮ ਸਿਮਰਨ ਤੇ ਬਾਣੀ ਅਨੁਸਾਰ ਹੋਣ ਕਰਕੇ ਉਹਨਾਂ ਦਾ ਨਿੱਜੀ ਅਨੁਭਵ ਹੈ। ਇਸੇ ਲਈ ਉਹਨਾਂ ਵੱਲੋਂ ਬੋਚਿਆ ਇੱਕ ਵੀ ਕਿਹਾ ਹੋਇਆ ਬਚਨ ਅਨੁਭਵੀ ਬਚਨ ਹੋ ਜਾਂਦਾ ਹੈ। ਸੋ ਗੁਰਦੇਵ ਜੀ ਨੇ ਆਪਣੇ ਪਿਆਰਿਆਂ ਨੂੰ, ਸਾਰਿਆਂ ਨੂੰ, ਜਿਨ੍ਹਾਂ ਨੂੰ ਨਾਮ ਦੇ ਰਸਤੇ ਤੋਰਿਆ, ਸਿਮਰਨ ਅਭਿਆਸ ਲਈ ਇਸ ਮਾਰਗ ਦੇ ਪੰਥੀ ਬਣਾਇਆ, ਇਹ ਹਮੇਸ਼ਾ ਕਹਿ ਕੇ ਜਾਣਾ ਕਿ ਆਪਣੇ ਜੀਵਨ ਵਿੱਚ ਆਤਮਿਕ ਆਨੰਦ ਅਨੁਭਵ ਤਾਂ ਸੰਭਵ ਹੋਵੇਗਾ ਕਿ ਜੋ ਸਤਿਗੁਰਾਂ ਨੇ ਬਚਨ ਕਹੇ ਨੇ ਉਹਨਾਂ ਨੂੰ ਜੀਵਨ ਵਿੱਚ ਅਨੁਭਵੀ ਬੋਲਾਂ ਤੱਕ ਲੈ ਕੇ ਪੁੱਜਣਾ। ਨਾਮ ਜਪਣ ਦਾ ਹੁਕਮ ਹੋ ਗਿਆ, ਜਪਾਂਗੇ ਤਦ ਹੀ ਜਾ ਕੇ ਕਿਤੇ ਉਹਦਾ ਅਨੁਭਵ ਪ੍ਰਾਪਤ ਹੋਣਾ। ਸੋ ਮਹਾਂਪੁਰਖਾਂ ਨੇ ਆਪਣੇ ਜੀਵਨ ਵਿੱਚ ਕਿੰਨੇ ਲੋਕਾਂ ਦੀ ਕਿਰਪਾ ਕੀਤੀ, ਕਿੰਨੇ ਲੋਕਾਂ ਨੂੰ ਕੁਰਾਇਆ ਤੋਂ ਹਟਾ ਕੇ ਸੱਚ ਦੇ ਮਾਰਗ ਤੇ ਤੋਰਿਆ। ਸੋ ਉਹਨਾਂ ਦੀ ਆਪਾਂ ਯਾਦ ਮਨਾ ਰਹੇ ਹਾਂ। ਇਸੇ ਲਈ ਸੰਤਨ ਕੀ ਸੁਣ ਸਾਚੀ ਸਾਖੀ, ਇਹੀ ਉਹਨਾਂ ਦੀ ਸਿੱਖਿਆ। ਉਹ ਬੋਲਦੇ ਆ ਜਿਹੜੇ ਉਹਨਾਂ ਨੇ ਆਪਣੇ ਜੀਵਨ ਵਿੱਚ ਢਾਲੇ ਹੁੰਦੇ, ਪਰਉਪਕਾਰ ਕੀਤੇ ਹੁੰਦੇ ਨੇ। ਇਸੇ ਲਈ ਦੂਜਿਆਂ ਨੂੰ ਪਰਉਪਕਾਰ ਲਈ ਹੁਕਮ ਕਰਦੇ ਆ। ਗੁਰਬਾਣੀ ਅਨੁਸਾਰ ਜੀਵਨ ਜੀਵਿਆ ਹੁੰਦਾ, ਇਸ ਲਈ ਬਾਰ-ਬਾਰ ਬੋਲਿਆ ਤੁਸੀਂ ਵੀ ਗੁਰਮਤਿ ਅਨੁਸਾਰ ਜੀਵਨ ਜੀਵੋ। ਸੋ ਭਾਈ ਸਾਹਿਬ, ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖ ਜਿਨ੍ਹਾਂ ਦੇ ਬਚਨ ਆਪਾਂ ਸਰਵਣ ਕਰ ਰਹੇ ਸੀ, ਇਸੇ ਲਈ ਉਹਨਾਂ ਨੂੰ ਇਹ ਬਚਨ ਕਹਿਣੇ ਪਏ, ਪੇਖਤ ਪੇਖਤ ਜੈਸੇ ਰਤਨ ਪਾਰਖ ਹੋਤ। ਤੁਸੀਂ ਵੇਖਿਆ ਜਿਹੜੇ ਸੁਦਾਗਰ ਨੇ, ਬੜੇ ਵੱਡੇ ਹੀਰੇ ਜਵਾਹਰਾਤਾਂ ਦੇ ਪਾਰਖੂ ਲੋਕ, ਉਹ ਕਿਸੇ ਵੇਲੇ ਕੱਚ ਦੀਆਂ ਗੋਲੀਆਂ ਦੀ ਪਰਖ ਕਰਦੇ ਆ, ਕਿਸੇ ਵੇਲੇ ਉਹ ਪੱਥਰਾਂ ਦੀ ਪਰਖ ਕਰਦੇ ਕਰਦੇ ਇੱਕ ਦਿਨ ਉਹ ਰਤਨਾਂ ਦੇ ਪਾਰਖੂ ਹੋ ਜਾਂਦੇ। ਸੈਂਕੜੇ ਹਜ਼ਾਰਾਂ ਰਤਨਾਂ ਵਿੱਚ ਅਸਲੀ ਤੇ ਨਕਲੀ ਦੀ ਪਹਿਚਾਣ ਸ਼ਾਇਦ ਆਮ ਵਿਅਕਤੀ ਨਹੀਂ ਕਰ ਸਕਦਾ, ਪਰ ਭਾਈ ਗੁਰਦਾਸ ਜੀ ਕਹਿੰਦੇ ਜਿਨ੍ਹਾਂ ਨੇ ਪਰਖ ਕਰਦਿਆਂ ਆਪਣੇ ਜੀਵਨ ਨੂੰ ਪਾਰਖੂ ਬਣਾ ਲਿਆ ਹੁੰਦਾ, ਉਹਨਾਂ ਦੀ ਅੰਦਰਲੀ ਅੰਤਰੀਵ ਦ੍ਰਿਸ਼ਟੀ ਐਵੇਂ ਦੀ ਹੋ ਜਾਂਦੀ ਹੈ, ਉਹ ਅਖੀਰ ਨੂੰ ਫਿਰ ਬੜੇ ਵੱਡੇ ਪਾਰਖੂ ਕਹਿੰਦੇ ਆ। ਇਸੇ ਤਰ੍ਹਾਂ ਅਗਲਾ ਵਚਨ ਭਾਈ ਸਾਹਿਬ ਕਹਿੰਦੇ ਸੁਨ ਤੋਂ ਸੁਨਤ ਜੈਸੇ ਪੰਡਤ ਪ੍ਰਵੀਨ ਹੈ। ਇੱਕ ਦਿਨ ਸੁਣੀ ਕਥਾ, ਇੱਕ ਦਿਨ ਸੁਣਿਆ ਕੋਈ ਪ੍ਰਸੰਗ, ਇੱਕ ਦਿਨ ਸੁਣਿਆ ਕਿਸੇ ਗ੍ਰੰਥ ਦੀ ਵਿਚਾਰ, ਸੁਣਦਿਆਂ ਇੱਕ ਦਿਨ ਪੰਡਤ ਹੁੰਦਾ ਜੀ, ਗੁਣਵਾਨ ਵਿਦਵਾਨ ਹੋ ਜਾਂਦਾ। ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਸਮੁੱਚੇ ਸੰਸਾਰ ਦੇ ਹਿੱਤ ਵਿੱਚ ਆਪਣੇ ਮੁਬਾਰਕ ਵਚਨਾਂ ਦੁਆਰਾ ਆਪਾਂ ਸਾਰਿਆਂ ਨੂੰ ਇਸੇ ਲਈ ਸਮਝਾਉਣਾ ਕਰਦੇ ਆ। ਜਦੋਂ ਸੂੰਗਦ ਸੋਦਾ ਜੈਸੇ ਤੋਂ ਸਵਾਸੀ ਹੋ, ਸੁੰਘਦਿਆਂ ਅਨੇਕ ਤਰ੍ਹਾਂ ਦੀਆਂ ਅਸਲੀ ਨਕਲੀ ਸੱਚਾਈ ਬਿਆਨ ਕਰ ਦਿੰਦੇ ਆ, ਲੋਕਾਂ ਨੂੰ ਸੱਚ ਨਾਲ ਜੋੜਦੇ ਆ। ਸੁੰਘਣ ਸ਼ਕਤੀ ਉਹਨਾਂ ਦੀ ਇੰਨੀ ਬਲ ਵਾਲੀ ਹੋ ਜਾਂਦੀ ਹੈ ਸਾਧ ਸੰਗਤ ਕਿ ਸਭ ਨੂੰ ਉਹ ਸੱਚ, ਅਸਲ, ਨਕਲ, ਜਿਹਨੂੰ ਆਪਾਂ ਦੁਪਰਤੀ ਆਖਦੇ ਆ, ਡੁਪਲੀਕੇਟ ਚੀਜ਼ਾਂ ਦਾ ਗਿਆਨ ਕਰਵਾ ਦਿੰਦੇ ਆ। ਇਹ ਇਸੇ ਤਰ੍ਹਾਂ ਗਾਉਂਦਿਆਂ ਗਾਵਤ ਜੈਸੇ ਗਾਇਨ ਗੁਨੀਨ ਹੈ। ਅੱਜ ਇੱਕ ਕਵਿਤਾ ਗਾਈ
ਫਿਰ ਕੋਈ ਗੀਤ ਗਾਇਆ, ਫਿਰ ਕੋਈ ਭਜਨ ਗਾਇਆ, ਫਿਰ ਸ਼ਬਦ ਬਾਇਆ। ਗੁਰਬਾਣੀ ਗਾਉਣ ਤੱਕ ਪਹੁੰਚਦਿਆਂ ਭਾਈ ਗੁਰਦਾਸ ਜੀ ਕਹਿੰਦੇ ਇੱਕ ਦਿਨ ਉਹ ਬੜਾ ਵੱਡਾ ਗੁਣਵਾਨ ਗਾਇਨ, ਗੁਰਬਾਣੀ ਦੇ ਗਾਇਨ ਤੱਕ ਪਹੁੰਚਣ ਵਾਲਾ ਰੱਬ ਦਾ ਪਿਆਰਾ, ਜੇ ਗੁਰਮਤਿ ਅਨੁਸਾਰ ਕਹੀਏ ਤਾਂ ਰਬਾਬੀ ਤੇ ਰਾਗੀ ਬਣ ਜਾਂਦਾ। ਮਤਲਬ ਗਾਉਣਾ ਇੱਕ ਦਿਨ ਦਾ ਕਰਮ ਨਹੀਂ ਹੈ। ਜਿਹੜੇ ਗਵੰਤਰੀ ਲੋਕ ਨੇ ਗਾਉਂਦੇ ਆ, ਭਾਵੇਂ ਕੁਸ਼ਰੀ ਗਾਉਂਦੇ ਆ, ਭਾਵੇਂ ਢਾਡੀ ਵਾਰਾ ਗਾਉਂਦੇ ਆ, ਭਾਵੇਂ ਸ਼ਬਦ ਗਾਉਂਦੇ ਆ, ਜਾਂ ਹੋਰ ਧਨ ਅਨੇਕ ਮਤਾਂ ਦੇ ਜਿੰਨੇ ਵੀ ਗਾਉਣ ਦੇ ਨਿਯਮ ਨੇ ਉਹਨਾਂ ਦੀ ਪਾਲਣਾ ਕਰਦੇ ਆ। ਭਾਈ ਸਾਹਿਬ ਜੀ ਇਵੇਂ ਦਾ ਜ਼ਿਕਰ ਕਰਦੇ ਆ ਵੀ ਲੇਖਤ ਲੇਖ ਜੈਸੇ ਤੋਂ ਲਿਖਾਰੀ ਹੋ। ਅੱਜ ਇੱਕ ਲਫ਼ਜ਼ ਲਿਖਿਆ, ਇੱਕ ਪੰਕਤੀ ਲਿਖੀ, ਇਹ 2-4 ਸਤਰਾਂ ਲਿਖ ਦਿੱਤੀਆਂ, ਫਿਰ ਲਿਖਦਿਆਂ ਇੱਕ ਦਿਨ ਬੜਾ ਵੱਡਾ ਲਿਖਾਰੀ ਹੋ ਜਾਂਦਾ ਜੀ। ਆ ਜਿਹੜੇ ਵੱਡੇ ਵੱਡੇ ਇਤਿਹਾਸਕ ਲੇਖਕ ਨੇ, ਲਿਖਾਰੀ ਲੋਕ ਨੇ, ਉਹ ਇੱਕ ਦਿਨ ਨਹੀਂ ਲਿਖਾਰੀ ਬਣੇ। ਭਾਈ ਸਾਹਿਬ ਜੀ ਕਹਿੰਦੇ ਲਿਖਦਿਆਂ ਉਹਨਾਂ ਨੂੰ ਇੱਕ ਦਿਨ ਬੜਾ ਵੱਡਾ ਲੇਖਕ ਦਾ ਰੁਤਬਾ ਪ੍ਰਾਪਤ ਹੋ ਜਾਂਦਾ। ਇਹ ਉਹਨਾਂ ਦਾ ਅਭਿਆਸ ਹੈ। ਅਭਿਆਸ ਕਰਦਿਆਂ ਤੁਹਾਨੂੰ ਆਪਾਂ ਬਚਨ ਜਿਸ ਸੰਬੰਧ ਵਿੱਚ ਰੱਬ ਦੇ ਪਿਆਰੇ ਸੋ ਬੋਲੇ ਜੋ ਪੇਖੇ ਆਖੀ, ਉਹਨਾਂ ਦਾ ਅਨੁਭਵ ਇਹ ਸਤਰ ਤੱਕ ਹੋ ਜਾਂਦਾ ਹੈ। ਅਖੀਰ ਨੂੰ ਭਾਈ ਸਾਹਿਬ ਜੀ ਜਦੋਂ ਸਾਡੇ ਸਮੁੱਚੇ ਸੰਸਾਰ ਦੇ ਜੀਵਾਂ ਦੇ ਹਿੱਤ ਲਈ ਜਿਵੇਂ ਮਹਾਂਪੁਰਖਾਂ ਨੇ ਜੀਵਨ ਜੀਵਿਆ ਹੁੰਦਾ, ਉਸੇ ਫਾਰਮੂਲੇ, ਉਸੇ ਥਿਉਰੀ, ਉਸੇ ਸਿਧਾਂਤ ਨੂੰ ਸਾਹਮਣੇ ਰੱਖਦੇ ਆ ਕਿ ਇਵੇਂ ਦਾ ਉਹ ਜੀਵਨ ਇਹ ਢੰਗ ਨਾਲ ਜਿਉਂਦੇ ਆ। ਚੱਲਤ ਜੈਸੇ ਪਹੁੰਚੇ ਠਿਕਾਣੇ ਜਾਏ। 2-4 ਕਦਮ ਪੁੱਟੇ, 2-4 ਫਰਲਾਂਗ ਅੱਗੇ ਲੰਘੇ, 2-4 ਕੋਹ ਮੀਲ ਤੁਰੇ, 2-4 ਪਿੰਡ ਕਸਬੇ ਨਗਰਾਂ ਨੂੰ ਤੈਅ ਕਰਦੇ ਆ। ਜਿਹੜੇ ਮੰਜ਼ਿਲੇ ਮਕਸੂਦ ਪੁੱਜਣਾ, ਕਿਸੇ ਨੇ ਆਪਣੇ ਮੰਜ਼ਿਲੇ ਮਕਸੂਦ, ਆਪਣੇ ਥਾਂ ਟਿਕਾਣੇ ਪਹੁੰਚਣਾ। ਭਾਈ ਗੁਰਦਾਸ ਜੀ ਕਹਿੰਦੇ ਇੱਕ ਦਿਨ ਉਹ ਪੁੱਜਦਿਆਂ ਤੁਰਦਿਆਂ ਤਾਂ ਪਹੁੰਚਦੇ ਆ ਜੇ ਉਹਨਾਂ ਨੇ ਆਪਣੀ ਤੋਰ ਨੂੰ, ਆਪਣੇ ਵਹੀਕਲ, ਆਪਣੇ ਸਾਧਨ ਦੁਆਰਾ ਰਵਾਨਾ ਹੋਏ ਹਨ। ਇਵੇਂ ਹੀ ਭਾਈ ਗੁਰਦਾਸ ਜੀ ਕਹਿੰਦੇ ਜਿਨ੍ਹਾਂ ਮਹਾਂਪੁਰਖਾਂ ਦੀ ਨਿੱਘੀ ਜਾਤ ਵਿੱਚ ਜੁੜਦੇ ਹਾਂ, ਗੁਰਬਾਣੀ ਅਨੁਸਾਰ, ਗੁਰਮਤਿ ਅਨੁਸਾਰ ਆਪਣਾ ਜੀਵਨ ਜਿਉਂਦੇ ਹਾਂ, ਉਹਨਾਂ ਨੇ ਖੋਜਤ ਗੁਰ ਸ਼ਬਦ ਲਿਵ ਲੀਨ ਹੈ। ਮਤਲਬ ਖੋਜ ਕਰਦਿਆਂ ਖੋਜੋ ਬੰਦੇ, ਖੋਜ ਦਿਲ ਹਰ ਰੋਜ਼। ਖੋਜੀ ਬਣ ਕੇ ਅੰਤਰੀਵ ਖੋਜੀ ਬਣਨਾ ਜੀ। ਖੋਜੀ ਬਣਨਾ ਮਾਨੇ ਨਾਮ ਜਪਣਾ, ਬਾਣੀ ਪੜ੍ਹਨਾ। ਖੋਜ ਕਰਦਿਆਂ ਕਿਤੇ ਪਹੁੰਚ ਜਾਂਦੇ ਆ, ਉਸ ਥਾਂ ਤੇ, ਉਸ ਟਿਕਾਣੇ ਤੇ ਜਾ ਪਹੁੰਚਦੇ ਆ ਜਿਸ ਟਿਕਾਣੇ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰ-ਬਾਰ ਜ਼ਿਕਰ ਕਰਦੇ ਆ। ਜਿਸ ਸ਼ਬਦ ਨੂੰ ਆਪਾਂ ਪਹਿਲਾਂ ਬੱਚਿਆਂ ਪਾਸੋਂ ਸ਼ਬਦ ਸਰਵਣ ਕਰ ਰਹੇ ਸੀ, ਕੋਈ ਵਿਰਲਾ ਜਿਹੜਾ ਗੁਰੂ ਦਾ ਜਸ ਗਾਉਂਦਾ ਹੈ, ਕੋਈ ਵਿਰਲਾ ਹੈ ਜੋ ਕੀਰਤਨ ਕਰਦਾ, ਵਿਰਲਾ ਹੈ ਪ੍ਰਮਾਤਮਾ ਦੇ ਗੁਣਗਾਨ ਕਰਦਾ। ਪਰ ਵਕਤੇ ਅਖੀਰ ਇੱਕ ਦਿਨ ਉਸ ਥਾਂ ਟਿਕਾਣੇ ਸਾਡਾ ਜੀਵਨ ਦੀ ਅਚੀਵਮੈਂਟ ਦਾ ਲਕਸ਼ ਕੀ ਹੈ, ਅਸੀਂ ਪਹੁੰਚਣਾ ਕਿੱਥੇ ਚਾਹੁੰਦੇ ਆ। ਰੱਬ ਦੇ ਪਿਆਰੇ ਗੋਬਿੰਦ ਲੋਕ ਪਰਮਾਤਮਾ ਤੱਕ ਪਹੁੰਚਣਾ ਚਾਹੁੰਦੇ ਆ। ਗੁਰੂ ਦਾ ਸਿੱਖ ਗੁਰੂ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆ ਗੁਰਮਤਿ ਅਨੁਸਾਰ ਆਪਣਾ ਜੀਵਨ ਜਿਉਂਦਾ। ਇਸੇ ਤਰ੍ਹਾਂ ਇਹ ਜੀਵਨ ਜਿਉਣ ਦਾ ਇੱਕ ਰਹੱਸ ਹੈ ਜੀ। ਤੁਸੀਂ ਵੱਡੇ ਭਾਗਾਂ ਵਾਲੇ ਹੋ, ਲਗਾਤਾਰ ਗੁਰੂ ਪਾਤਸ਼ਾਹ ਜੀ ਦੀ ਚਰਨ ਸ਼ਰਨ ਨਾਲ ਜੁੜ ਕੇ ਜਿੱਥੇ ਗੁਰਬਾਣੀ ਦੇ ਲਾਹੇ ਪ੍ਰਾਪਤ ਕੀਤੇ ਨੇ, ਉੱਥੇ ਤਨ ਮਨ ਧਨ ਕਰਕੇ ਜਥਾ ਸ਼ਕਤ ਆਪਣੀਆਂ ਸੇਵਾਵਾਂ ਪਟਾਵਾਂ ਨੂੰ ਸਫਲੀਆਂ ਕਰ ਰਹੇ ਹੋ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਬੜੀ ਵੱਡੀ ਬਖਸ਼ਿਸ਼ ਹੈ। ਜਗਤ ਗੁਰੂ ਬਾਬਾ ਜੀ ਨੇ ਸਮੁੱਚੇ ਸੰਸਾਰ ਦੇ ਅੰਦਰ ਉਹ ਕੁਝ ਕਰ ਵਿਖਾਇਆ ਜਿਸ ਨੂੰ ਸੰਸਾਰ ਦੇ, ਮੈਂ ਸ਼ਬਦ ਕਹਿਣਾ ਭਾਵੇਂ ਚੰਗਾ ਨਹੀਂ ਸਮਝਦਾ, ਹੋਰ ਮੰਤਾਂ ਮਤਾਤਰਾਂ ਵਾਲਿਆਂ ਨੇ ਆਪੋ ਆਪਣੇ ਧਰਮਾਂ ਮਧਮਾਂ ਦੀ ਖੁਦੀ ਵਕੀਲੀ ਤਕੱਬਰੀ ਅਨੁਸਾਰ ਦੁਨੀਆ ਵਿੱਚ ਵਿਚਰੇ ਹੋਣਗੇ। ਪਰ ਗੁਰੂ ਬਾਬਾ ਜੀ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਲੈ ਕੇ ਸਰਬੱਤ ਦੇ ਭਲੇ ਲਈ ਸਮੁੱਚੀ ਕਾਇਨਾਤ ਤੇ ਉਹ ਕਿਰਪਾ ਕਰਕੇ ਗਏ ਹਨ। ਇਸੇ ਲਈ ਉਸੇ ਕਿਰਪਾ ਦੇ ਪਾਤਰ ਬਣਨ ਵਾਲੇ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹੋ। ਜਿਵੇਂ ਅਕਸਰ ਸਿਆਣੇ ਲੋਕ ਆਖਦੇ ਆ ਕਿ ਜਿਨ੍ਹਾਂ ਦੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਸਾਨੂੰ ਉਹਨਾਂ ਦੇ ਜ਼ਰੂਰ ਬਚਨਾਂ ਤੇ